ਓਮ ਸ਼ਾਂਤੀ। ਅੱਜ 26/8/2022 ਦੀ ਬਾਣੀ ਹੈ। ਅੱਜ ਬਾਬਾ ਆਖਦੇ ਨੇ, ਮਿੱਠੇ ਬੱਚੇ ਨਿਰੰਤਰ ਇੱਕ ਬਾਪ ਦੀ ਯਾਦ ਵਿੱਚ ਰਹਿਣ ਦਾ ਪੁਰਸ਼ਾਰਥ ਕਰੋ। ਇਹ ਹੀ ਹੈ ਬੇਹੱਦ ਦਾ ਸਤੋ ਪ੍ਰਧਾਨ ਪੁਰਸ਼ਾਰਥ। ਅੱਜ ਬਾਬਾ ਨੇ ਬੱਚਿਆਂ ਨੂੰ ਪ੍ਰਸ਼ਨ ਪੁੱਛਿਆ, ਤੁਸੀਂ ਬੱਚਿਆਂ ਨੂੰ ਕਿਹੜਾ ਸੰਗ ਕਰਨਾ ਹੈ, ਕਿਹੜਾ ਨਹੀਂ। ਅੱਜ ਬਾਬਾ ਦਾ ਉੱਤਰ ਹੈ, ਜੋ ਗਿਆਨ ਦੀ ਰੂਹ ਰਿਹਾਨ ਕਰਦੇ ਹੈ, ਸਰਵਿਸ ਏਬਲ ਹੈ, ਉਹਨਾਂ ਦਾ ਹੀ ਸੰਗ ਕਰੋ। ਬਾਕੀ ਜੋ ਝਰਮੋਈ ਜਗਮੋਈ ਕਰਦੇ ਹੈ, ਫਾਲਤੂ ਗੱਲਾਂ ਸੁਣਾਉਂਦੇ ਹੈ, ਉਹਨਾਂ ਦੇ ਸੰਗ ਤੋਂ ਦੂਰ ਰਹੋ। ਹੀਅਰ ਨੋ ਈਵਲ, ਸੀ ਨੋ ਈਵਲ। ਅੱਜ ਬਾਬਾ ਨੇ ਦੂਜਾ ਪ੍ਰਸ਼ਨ ਹੋਰ ਪੁੱਛਿਆ, ਗਫਲਤ ਕਰਨ ਨਾਲ ਕਿਹੜੇ ਨੁਕਸਾਨ ਹੁੰਦੇ ਹੈ। ਅੱਜ ਬਾਬਾ ਦਾ ਉੱਤਰ ਹੈ, ਜੋ ਗਫਲਤ ਵਿੱਚ ਰਹਿੰਦੇ ਹੈ, ਉਹਨਾਂ ਤੋਂ ਹਰ ਸਮੇਂ ਭੁੱਲਾਂ ਹੁੰਦੀਆਂ ਰਹਿੰਦੀਆਂ ਹੈ। ਉਹ ਬਾਪ ਦਾ ਨਾਮ ਬਦਨਾਮ ਕਰਦੇ ਰਹਿੰਦੇ ਹੈ, ਉਹਨਾਂ ਤੋਂ ਸਾਰਿਆਂ ਨੂੰ ਨਫ਼ਰਤ ਆਉਂਦੀ ਹੈ। ਉਹ ਗੋਲਡਨ ਏਜ ਵਿੱਚ ਨਹੀਂ ਪਹੁੰਚਦੇ, ਫਿਰ ਬਹੁਤ ਕੜੀ ਸਜ਼ਾ ਦੇ ਭਾਗੀ ਬਣਦੇ ਹੈ। ਗੀਤ ਹੈ, ਮਾਤਾ ਓ ਮਾਤਾ ਤੂੰ ਹੈ ਜਗ ਕੀ ਭਾਗਯ ਵਿਧਾਤਾ। ਓਮ ਸ਼ਾਂਤੀ। ਇਹ ਹੈ ਮਾਤਾਵਾਂ ਦੀ ਮਹਿਮਾ। ਤੁਸੀਂ ਸਭ ਮਾਤਾਵਾਂ ਹੋ। ਭਾਰਤ ਮਾਤਾ ਸ਼ਕਤੀ ਅਵਤਾਰ ਇਵੇਂ ਕਿਹਾ ਜਾਂਦਾ ਹੈ, ਕਿਉਂਕਿ ਅਵਤਾਰ ਇੱਕ ਦਾ ਹੀ ਗਾਇਆ ਜਾਂਦਾ ਹੈ। ਉਹ ਵਿਸ਼ਵ ਨੂੰ ਪਾਵਨ ਬਣਾਉਣ ਦੇ ਲਈ ਅਵਤਾਰ ਲੈਂਦੇ ਹੈ। ਹੁਣ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ ਕਿ ਪਰਮ ਪਿਤਾ ਪਰਮਾਤਮਾ ਸਾਨੂੰ ਪਾਤਿਤ ਤੋਂ ਪਾਵਨ ਬਣਾਉਣ ਆਏ ਹੈ। ਬ੍ਰਹਮਾ ਦੇ ਤਨ ਵਿੱਚ ਹੈ। ਇਹ ਜੋ ਦਿਲਵਾੜਾ ਮੰਦਿਰ ਹੈ, ਇਹ ਪੂਰਾ ਯਾਦਗਾਰ ਹੈ। ਜੋ ਵੀ ਭਗਤੀ ਮਾਰਗ ਦੇ ਯਾਦਗਾਰ ਹੈ, ਯਾਦ ਕਰਾਉਂਦੇ ਹੀ ਇਹ ਸੰਗਮ ਦੀ ਹੈ। ਸਤਯੁਗ ਤ੍ਰੇਤਾ ਵਿੱਚ ਤਾਂ ਅਜਿਹਾ ਗੱਲ ਹੁੰਦੀ ਨਹੀਂ। ਫਿਰ ਰਾਵਣ ਰਾਜ ਵਿੱਚ ਮਨੁੱਖ ਦੁਖੀ ਹੁੰਦੇ ਹੈ। ਰਾਵਣ ਹੀ ਰਜੋ ਤਮੋ ਬਣਾਉਂਦੇ ਹੈ। ਹੁਣ ਇਸ ਸਮੇਂ ਇਸ ਸ੍ਰਿਸ਼ਟੀ ਹੈ ਤਮੋ ਪ੍ਰਧਾਨ। ਜਦੋਂ ਸ੍ਰਿਸ਼ਟੀ ਸਤੋ ਪ੍ਰਧਾਨ ਸੀ ਤਾਂ ਤੁਸੀਂ ਬੱਚੇ ਉਦੋਂ ਰਾਜ ਕਰਦੇ ਸੀ। ਤੁਹਾਡੀ ਬੁੱਧੀ ਵਿੱਚ ਇਹ ਸਵਦਰਸ਼ਨ ਚੱਕਰ ਹੈ। ਤੁਸੀਂ ਬ੍ਰਾਹਮਣ ਹੀ ਸਵਦਰਸ਼ਨ ਚੱਕਰਧਾਰੀ ਬਣਦੇ ਹੈ। ਗਿਆਨ ਦੇਣ ਵਾਲਾ ਇੱਕ ਹੀ ਗਿਆਨ ਸਾਗਰ ਹੈ, ਜਿਸ ਦੀ ਨਿਸ਼ਾਨੀ ਇਹ ਦਿਲਵਾੜਾ ਮੰਦਿਰ ਹੈ, ਅਤੇ ਫਿਰ ਅਚਲਗੜ੍ਹ ਅਤੇ ਗੁਰੂ ਸਿਖਰ ਵੀ ਹੈ। ਤੁਹਾਨੂੰ ਪਤਾ ਹੈ, ਸਿਖਰ ਚੋਟੀ ਨੂੰ ਕਿਹਾ ਜਾਂਦਾ ਹੈ। ਪਹਾੜੀ ਤੇ ਸ਼ਿਵ ਬਾਬਾ ਦਾ ਮੰਦਿਰ ਹੈ, ਜਿਸ ਦੇ ਲਈ ਕਿਹਾ ਜਾਂਦਾ ਹੈ, ਗਿਆਨ ਅੰਜਨ ਸਤਿਗੁਰੂ ਅੰਧੇਰ, ਗਿਆਨ ਦਾ ਸਾਗਰ ਹੋਇਆ ਨਾ। ਇਹ ਬਿਲਕੁਲ ਐਕੂਰੇਟ ਯਾਦਗਾਰ ਹੈ। ਤੁਸੀਂ ਬੈਠੇ ਵੀ ਇੱਥੇ ਹੀ ਹੋ, ਚੋਟੀ ਤੇ ਚੜ੍ਹਨ ਦੇ ਲਈ। ਪਰਮ ਪਿਤਾ ਪਰਮਾਤਮਾ ਦੇ ਗਲੇ ਦੀ ਰੁਦਰ ਮਾਲਾ ਬਣ ਲਈ ਤੁਹਾਨੂੰ ਇੱਥੇ ਗਿਆਨ ਮਿਲਦਾ ਹੈ। ਫਿਰ ਜਦ ਤੁਸੀਂ ਅਚਲ ਸਥੇਰੀਅਮ ਬਣਦੇ ਹੈ ਤਾਂ ਤੁਸੀਂ ਜਾ ਕੇ ਰੁਦਰ ਮਾਲਾ ਬਣਦੇ ਹੈ। ਜਦ ਤੁਸੀਂ ਸਤੋ ਪ੍ਰਧਾਨ ਬਣ ਜਾਂਦੇ ਹੈ ਤਾਂ ਤੁਸੀਂ ਬਾਪ ਦੇ ਨਾਲ ਰਹਿੰਦੇ ਹੈ। ਇਹ ਜਿਵੇਂ ਡਬਲ ਪੀਅਰ ਘਰ ਹੈ। ਪ੍ਰਜਾਪਿਤਾ ਬ੍ਰਹਮਾ ਦਾ ਵੀ ਹੈ ਅਤੇ ਸ਼ਿਵ ਬਾਬਾ ਵੀ ਇੱਥੇ ਆਇਆ ਹੈ। ਤੁਸੀਂ ਬੱਚਿਆਂ ਨੂੰ ਗਿਆਨ ਸ਼ਿੰਗਾਰ ਕਰਾਉਣ। ਇਹ ਹੈ ਬੇਹੱਦ ਦਾ ਪੀਅਰ ਘਰ। ਸਸੁਰ ਘਰ ਉਹ ਤਾਂ ਹੱਦ ਦੇ ਹੁੰਦੇ ਹੈ। ਕੰਨਿਆ ਸਸੁਰ ਘਰ ਜਾ ਕੇ ਜੇਵਰ ਆਦਿ ਪਹਿਨਦੀ ਹੈ, ਉਸ ਵਿੱਚ ਸੁੱਖ ਸਮਝਦੀ ਹੈ। ਤੁਸੀਂ ਹੁਣ ਸਮਝ ਗਏ ਹੈ ਕਿ ਅਸੀਂ ਬੇਹੱਦ ਦੇ ਘਰ, ਬਾਪ ਦੇ ਘਰ ਵਿੱਚ ਬੈਠੇ ਹਾਂ। ਸਸੁਰ ਘਰ ਜਾਣ ਦੇ ਲਈ ਅਵਿਨਾਸ਼ੀ ਗਿਆਨ ਰਤਨਾਂ ਦੀ ਧਾਰਨਾ ਕਰ ਰਹੇ ਹਾਂ। 21 ਜਨਮਾਂ ਦੇ ਲਈ ਤੁਹਾਡੀ ਝੋਲੀ ਭਰ ਰਹੇ ਹੈ, ਪਰ ਤੀਵਰ ਵੇਗੀ ਐਨੇ ਨਹੀਂ ਹੈ। ਸਤੋ ਪ੍ਰਧਾਨ ਨੂੰ ਤੀਵਰ ਗਤੀ ਕਿਹਾ ਜਾਂਦਾ ਹੈ। ਕੋਈ ਸਤੋ ਗੁਣੀ ਅਤੇ ਕੋਈ ਹੁਣ ਤੱਕ ਵੀ ਰਜੋ ਗੁਣੀ ਹੈ। 3 ਕਿਸਮ ਦੇ ਪੁਰਸ਼ਾਰਥੀ ਹੁੰਦੇ ਹੈ। ਊਂਚ ਤੇ ਊਂਚ ਪੁਰਸ਼ਾਰਥੀ ਹਮੇਸ਼ਾ ਬੁੱਧੀ ਵਿੱਚ ਇੱਕ ਬਾਪ ਨੂੰ ਹੀ ਯਾਦ ਰੱਖਦੇ ਹੈ। ਊਂਚ ਤੇ ਊਂਚ ਹੈ ਉਹ ਬਾਪ। ਹੁਣ ਤੁਸੀਂ ਜਾਣਦੇ ਹੈ, ਅਸੀਂ ਬੱਚੇ ਬੇਹੱਦ ਸੁੱਖ ਵਿੱਚ ਜਾ ਰਹੇ ਹਾਂ, ਤਾਂ ਉਸ ਲਈ ਪੁਰਸ਼ਾਰਥ ਵੀ ਬਹੁਤ ਚੰਗਾ ਕਰਨਾ ਪਵੇ। ਬੇਹੱਦ ਦਾ ਆਤਮਾ ਕਹਿੰਦੀ ਹੈ,
ਮੈਂ ਆਇਰਨ ਏਜ ਵਿੱਚ ਆ ਗਈ ਹਾਂ। ਹੁਣ ਪਰਮ ਪਿਤਾ ਪਰਮਾਤਮਾ ਮਿਲਿਆ ਹੈ। ਕਹਿੰਦੇ ਹੈ ਬੱਚੇ ਤੁਹਾਨੂੰ ਇੱਥੇ ਪੁਰਸ਼ਾਰਥ ਕਰ ਗੋਲਡਨ ਏਜ ਵਿੱਚ ਜਾਣਾ ਹੈ। ਜਦ ਅਜਿਹੀ ਅਵਸਥਾ ਹੋ ਜਾਵੇਗੀ ਤਾਂ ਗੋਲਡਨ ਏਜ ਵਿੱਚ ਆਵੋਗੇ। ਤਮੋ ਪ੍ਰਧਾਨ ਤੋਂ ਫਿਰ ਸਤੋ ਪ੍ਰਧਾਨ ਬਣਨਾ ਹੈ। ਸਤੋ ਪ੍ਰਧਾਨ ਵੀ ਸਭ ਨੂੰ ਬਣਨਾ ਹੈ। ਤੁਹਾਡਾ ਪਾਠ ਹੀ ਸਤਯੁਗ ਵਿੱਚ ਹੈ, ਇਸ ਲਈ ਤੁਸੀਂ ਸਤੋ ਪ੍ਰਧਾਨ ਬਣਦੇ ਹੈ। ਪਰ ਜਾਣਾ ਤਾਂ ਸਭ ਨੂੰ ਹੈ ਨਾ। ਸਭ ਨੂੰ ਨੰਬਰਵਾਰ ਰੁਦਰਮਾਲਾ ਵਿੱਚ ਆਉਣਾ ਹੈ। ਇਹ ਰੁਦਰਮਾਲਾ ਕਿੰਨੀ ਵੱਡੀ ਹੈ। ਫਿਰ ਹੈ 8 ਅਤੇ 108 ਰਤਨਾਂ ਦੀ ਵੈਜੰਤੀ ਮਾਲਾ ਜੋ ਵਿਸ਼ਨੂੰ ਦੇ ਗਲੇ ਵਿੱਚ ਵਿਖਾਉਂਦੇ ਹੈ। ਤੁਹਾਡਾ ਯਾਦਗਾਰ ਕਿੰਨਾ ਐਕੂਰੇਟ ਦਿਲ ਵਾਲਾ ਮੰਦਿਰ ਬਣਾਇਆ ਹੋਇਆ ਹੈ। ਥੱਲੇ ਤਪੱਸਿਆ ਵਿੱਚ ਬੈਠੇ ਹੈ, ਉੱਪਰ ਵਿੱਚ ਰਜਾਈ ਵਿਖਾਈ ਹੈ ਅਤੇ ਮੰਦਿਰ ਵਿੱਚ ਮੁੱਖ ਜਗਤੰਬਾ ਦਾ ਵੀ ਨਾਮ ਹੈ। ਪਾਠ ਤਾਂ ਤੁਸੀਂ ਮਾਤਾਵਾਂ ਦਾ ਹੈ ਨਾ। ਬਾਪ ਆ ਕੇ ਗੁਰੂ ਪਦਵੀ ਤੁਸੀਂ ਮਾਤਾ ਨੂੰ ਹੀ ਦਿੰਦੇ ਹੈ। ਇੱਥੇ ਵੀ ਮੈਜੋਰਿਟੀ ਮਾਤਾ ਦੀ ਹੈ, ਇਸ ਲਈ ਭਾਰਤ ਮਾਤਾ ਸ਼ਕਤੀ ਅਵਤਾਰ ਗਾਇਆ ਜਾਂਦਾ ਹੈ। ਸੈਨਾ ਵੀ ਕਿਹਾ ਜਾਂਦਾ ਹੈ ਕਿਉਂਕਿ ਆਪਸ ਵਿੱਚ ਬਹੁਤ ਹੈ ਨਾ। ਤੁਸੀਂ ਵੇਖਦੇ ਹੋ ਵਰਿਧੀ ਨੂੰ ਪਾਉਂਦੇ ਰਹਿੰਦੇ ਹੈ। ਸੰਨਿਆਸੀ ਘਰ-ਬਾਰ ਛੱਡਦੇ ਹੈ ਪਵਿੱਤਰ ਬਣਨ ਦੇ ਲਈ। ਰਾਵਣ ਰਾਜ ਸ਼ੁਰੂ ਹੁੰਦਾ ਹੈ ਤਾਂ ਪਵਿੱਤਰਤਾ ਦੀ ਜ਼ਰੂਰਤ ਰਹਿੰਦੀ ਹੈ। ਉਸ ਸਮੇਂ ਹਾਹਾਕਾਰ ਹੋ ਜਾਂਦਾ ਹੈ, ਅਰਥ ਕਵੇਕ ਆਦਿ ਹੋਇਆ ਹੋਵੇਗਾ। ਇੰਨੇ ਸਭ ਮਹਿਲ ਆਦਿ ਕਿੱਥੇ ਗਏ? ਸਭ ਵਿਨਾਸ਼ ਨੂੰ ਪਾਉਂਦੇ ਹੈ ਜਾਂ ਸਾਗਰ ਵਿੱਚ ਚਲੇ ਜਾਂਦੇ ਹੈ। ਇਹ ਸ੍ਰਿਸ਼ਟੀ ਦਾ ਚੱਕਰ ਕਿਵੇਂ ਫਿਰਦਾ ਹੈ, ਇਹ ਸਮਝਣ ਦੀ ਗੱਲ ਹੈ। ਆਇਰਨ ਏਜ ਤੋਂ ਫਿਰ ਗੋਲਡਨ ਏਜ ਵਿੱਚ ਜਾਣਾ ਹੈ। ਸਵਰਗ ਹੈ ਤੁਹਾਡਾ ਬੇਹੱਦ ਦਾ ਸਸੁਰ ਘਰ। ਇਸ ਦੇ ਲਈ ਤੁਸੀਂ ਪੁਰਸ਼ਾਰਥ ਕਰਦੇ ਹੈ। ਪੂਰਾ ਗਿਆਨ ਹੋਵੇ, ਪੂਰਾ ਪੁਰਸ਼ਾਰਥ ਕਰੇ ਤਾਂ ਖੁਸ਼ੀ ਦਾ ਪਾਰਾ ਚੜੇ। ਅਤੀ ਇੰਦਰੀय ਸੁਖ ਅੰਤ ਦਾ ਗਾਇਆ ਹੋਇਆ ਹੈ। ਪਛਾੜੀ ਵਿੱਚ ਤੁਹਾਨੂੰ ਪਤਾ ਪੈ ਜਾਵੇਗਾ ਕਿ ਕਿਸ ਨੇ ਕਿੰਨਾ ਪੁਰਸ਼ਾਰਥ ਕੀਤਾ, ਕੀ ਪਦਵੀ ਪਾਉਣਗੇ। ਪਛਾੜੀ ਵਿੱਚ ਸਮਝਣਗੇ ਜਦ ਤੱਕ ਪੁਰਸ਼ਾਰਥ ਕਰ ਗੋਲਡਨ ਏਜ ਤੱਕ ਪਹੁੰਚ ਜਾਵਾਂਗੇ। ਜੋ ਨਹੀਂ ਪਹੁੰਚਦੇ ਹੈ ਉਹ ਫਿਰ ਸਜ਼ਾ ਖਾਂਦੇ ਹੈ। ਹੁਣ ਤਾਂ ਕਿਆਮਤ ਦਾ ਸਮਾਂ ਹੈ। ਸਭ ਨੂੰ ਹਿਸਾਬ ਕਿਤਾਬ ਚੁਕਤੂ ਕਰ ਜਾਣਾ ਹੈ। ਤੁਸੀਂ ਚੁਕਤੂ ਕਰਦੇ ਰਹਿੰਦੇ ਹੋ ਗਿਆਨ ਅਤੇ ਯੋਗ ਵੱਲ ਨਾਲ। ਗਾਇਆ ਵੀ ਜਾਂਦਾ ਹੈ ਚੜੇ ਤੋਂ ਚਾਖੇ ਬੇਕੁੰਡ ਰਸ, ਗਿਰੇ ਤੋਂ ਚਕਨਾਚੂਰ। ਕਿਉਂਕਿ ਵਿਕਾਰ ਵਿੱਚ ਡਿੱਗ ਪੈਂਦੇ ਹੈ। ਦੇ ਅਭਿਮਾਨ ਵਿੱਚ ਆਉਣ ਤੇ ਬਾਅਦ ਹੀ ਵਿਕਾਰ ਵਿੱਚ ਡਿੱਗਦੇ ਹੈ। ਫਿਰ ਚੜ ਨਹੀਂ ਸਕਦੇ, ਚੜਦੇ ਹੈ ਫਿਰ ਡਿੱਗਦੇ ਹੈ। ਟਾਈਮ ਤਾਂ ਲੱਗਦਾ ਹੈ ਨਾ। ਇਵੇਂ ਹੋ ਨਹੀਂ ਸਕਦਾ ਜੋ ਸਿੱਧਾ ਚੱਲਦਾ ਜਾਵੇ। ਥੋੜੀ ਵੀ ਅਵਸਥਾ ਚੰਗੀ ਹੁੰਦੀ ਹੈ ਫਿਰ ਦੇ ਅਭਿਮਾਨ ਆ ਜਾਂਦਾ ਹੈ। ਮਹਿਸੂਸ ਤਾਂ ਆਉਂਦੀ ਹੈ ਕੋਈ ਗ੍ਰਹਿਚਾਰੀ ਹੈ। ਮਨਸਾ ਵਿੱਚ ਤੂਫਾਨ ਬਹੁਤ ਆਉਂਦੇ ਹੈ। ਚੜਨ ਵਿੱਚ ਤਾਂ ਟਾਈਮ ਲੱਗਦਾ ਹੈ। ਬਾਬਾ ਰੋਜ਼ ਸਮਝਾਉਂਦੇ ਰਹਿੰਦੇ ਹੈ ਕਿ ਬੱਚੇ ਪੜ੍ਹਾਈ ਰੋਜ਼ ਪੜ੍ਹੋ। ਪੁਆਇੰਟਸ ਦਿਨ ਪ੍ਰਤੀ ਦਿਨ ਬਹੁਤ ਮਿਲਦੀ ਰਹਿੰਦੀ ਹੈ। ਬਾਪ ਅਤੇ ਵਰਸੇ ਨੂੰ ਯਾਦ ਕਰੋ। ਇਹ ਨਾਟਕ ਪੂਰਾ ਹੁੰਦਾ ਹੈ, ਸਾਨੂੰ ਫਿਰ ਤੋਂ ਵਰਸਾ ਲੈਣਾ ਹੈ। ਸਤਯੁਗ ਵਿੱਚ ਰਾਜਾ ਰਾਣੀ ਪ੍ਰਜਾ ਸਭ ਹੋਣਗੇ। ਜਿਵੇਂ ਕਰਮ ਅਤੇ ਜੋ ਪੁਰਸ਼ਾਰਥ ਕਰਨਗੇ ਉਵੇਂ ਹੀ ਫਲ ਮਿਲੇਗਾ। ਲక్ష్ਮੀ ਨਾਰਾਇਣ ਤੋਂ ਹੀ ਰਾਜ ਸ਼ੁਰੂ ਹੋਵੇਗਾ। ਉਹ ਹੁੰਦੇ ਹੈ ਵਿਕਰਮਾ ਜੀਤ ਸੰਬਤ। ਵਿਕਰਮਾ ਤੇ ਜਿੱਤ ਪਾ ਕੇ ਤੁਸੀਂ ਆਪਣਾ ਰਾਜ ਭਾਗ ਲੈਂਦੇ ਹੈ। ਨੰਬਰਵਾਰ ਪੁਰਸ਼ਾਰਥ ਅਨੁਸਾਰ ਪਦਵੀ ਪਾਉਂਦੇ ਹੈ। ਹਰ ਇੱਕ ਆਪਣੇ ਪੁਰਸ਼ਾਰਥ ਦੀ ਰਿਜ਼ਲਟ ਵੇਖਦੇ ਚਲੋ। ਅਸੀਂ ਕਿੰਨਾ ਪੁਰਸ਼ਾਰਥ ਕਰਦੇ ਹਾਂ। ਤਮੋ ਪ੍ਰਧਾਨ ਤੋਂ ਸਤੋ ਪ੍ਰਧਾਨ ਵਿੱਚ ਜਾਣਾ ਹੈ। ਆਤਮਾ ਕਹਿੰਦੀ ਹੈ ਮੈਨੂੰ ਪੁਰਸ਼ਾਰਥ ਕਰਕੇ ਸੂਰਜਵੰਸ਼ੀ ਰਜਾਈ ਪਾਉਣੀ ਹੈ। ਅਸੀਂ ਤਾਂ ਪੂਰਾ ਪੜ੍ਹ ਕੇ ਬਾਪ ਨੂੰ ਪੂਰਾ ਯਾਦ ਕਰਾਂਗੇ। ਤੁਹਾਨੂੰ ਹੁਣ ਸਾਰੇ ਗਿਆਨ ਦੀ ਰੋਸ਼ਨੀ ਮਿਲਦੀ ਹੈ। ਭਵਿੱਖ ਵਿੱਚ ਤੁਸੀਂ ਕੀ ਬਣੋਗੇ? ਬਹੁਤ ਬੱਚੇ ਗਫਲਤ ਕਰਨ ਦੇ ਕਾਰਨ ਭੁੱਲ ਜਾਂਦੇ ਹੈ, ਅਵਗਿਆ ਵੀ ਕਰਦੇ ਰਹਿੰਦੇ ਹੈ। ਬੇਹੱਦ ਬਾਪ ਦੀ ਨਿੰਦਾ ਕਰਾਉਣ ਦੇ ਨਿਮਿਤ ਬਣ ਪੈਂਦੇ ਹੈ। ਗੁੱਸੇ ਦੇ ਕਾਰਨ ਵੀ ਕਿੰਨਾ ਨੁਕਸਾਨ ਕਰ ਦਿੰਦੇ ਹੈ। ਸਮਝਦੇ ਹੈ ਇਹਨਾਂ ਵਿੱਚ ਤਾਂ ਗੁੱਸੇ ਦਾ ਭੂਤ ਹੈ। ਇਸ ਲਈ ਕਾਮੀ ਅਤੇ ਗੁੱਸੇ ਵਾਲੇ ਤੋਂ ਬਹੁਤ ਦੂਰ ਰਹਿਣਾ ਚਾਹੀਦਾ ਹੈ।
ਉਹਨਾਂ ਦਾ ਸੰਗ ਨਹੀਂ ਕਰਨਾ ਚਾਹੀਦਾ। ਸੰਗ ਉਹਨਾਂ ਦਾ ਹੋਣਾ ਚਾਹੀਦਾ ਹੈ ਜੋ ਗਿਆਨ ਦੀ ਟਿਕਲੂ ਕਰਦੇ ਰਹੇ। ਇਵੇਂ ਨਹੀਂ ਜੋ ਝਰਮੂਈ ਜਗਮੂਈ ਕਰਦੇ, ਕਿਸੇ ਦੀ ਨਿੰਦਾ ਕਰਦੇ ਹੈ। ਉਹਨਾਂ ਦਾ ਸੰਗ ਹੋਵੇ, ਸਿਵਾਏ ਗਿਆਨ ਦੇ ਕੋਈ ਗੱਲ ਨਹੀਂ ਸੁਣਨਾ ਚਾਹੀਦਾ। ਇਹ ਗੱਲਾਂ ਵੀ ਨਾਮੀ ਗ੍ਰਾਮੀ ਹੈ, ਵਿਖਾਉਂਦੇ ਵੀ ਹੈ। ਧੂਤੀਆਂ ਦੇ ਕਾਰਨ ਰਾਮ ਸੀਤਾ ਨੂੰ ਬਨਵਾਸ ਮਿਲਿਆ। ਧੂਤੀਪਨਾ ਨੁਕਸਾਨ ਕਰ ਦਿੰਦਾ ਹੈ। ਹੀਅਰ ਨੋ ਈਵਲ, ਸੀ ਨੋ ਈਵਲ। ਉਲਟੀ ਸੁਲਟੀ ਗੱਲਾਂ ਕਰਨ ਵਾਲਿਆਂ ਦੇ ਸੰਗ ਵਿੱਚ ਕਦੀ ਨਹੀਂ ਫਸਣਾ, ਬਹੁਤ ਨੁਕਸਾਨ ਕਰ ਦਿੰਦੇ ਹੈ। ਬੇਹੱਦ ਦੇ ਬਾਪ ਤੋਂ ਬੁੱਧੀ ਜੋਗ ਤੋੜਾ ਦਿੰਦੇ ਹੈ। ਪੂਰਾ ਜੋਗ ਨਹੀਂ ਤਾਂ ਫੇਲ ਹੋ ਚੰਦਰਵੰਸ਼ੀ ਵਿੱਚ ਚਲੇ ਜਾਂਦੇ ਹੈ। ਬਾਕੀ ਇਵੇਂ ਨਹੀਂ ਕਿ ਰਾਮ ਰਾਜ ਵਿੱਚ ਕੋਈ ਰਾਵਣ ਸੀਤਾ ਨੂੰ ਚੁਰਾ ਲੈ ਗਿਆ, ਨਹੀਂ। ਇਹ ਸਭ ਗਿਰਾਵਟ ਦੀਆਂ ਗੱਲਾਂ ਹੈ। ਦੁਆਪਰ ਤੋਂ ਲੈ ਕੇ ਪੁਕਾਰਦੇ ਆਂਦੇ ਹੈ, ਕਿਉਂਕਿ ਡਿੱਗਦੇ ਹੈ ਨਾ, ਭਗਵਾਨ ਨੂੰ ਆਉਣਾ ਪੈਂਦਾ ਹੈ। ਜੇ ਸਦਗਤੀ ਹੁੰਦੀ ਤਾਂ ਭਗਵਾਨ ਨੂੰ ਆਉਣ ਦੀ ਜ਼ਰੂਰਤ ਨਹੀਂ ਹੁੰਦੀ। ਸਤਯੁਗ ਤ੍ਰੇਤਾ ਵਿੱਚ ਸਦਗਤੀ ਹੈ ਤਾਂ ਕੋਈ ਭਗਵਾਨ ਨੂੰ ਯਾਦ ਨਹੀਂ ਕਰਦੇ, ਕੋਈ ਬੁਲਾਉਂਦੇ ਹੀ ਨਹੀਂ। ਡਰਾਮੇ ਦੇ ਰਾਜ ਨੂੰ, ਚੜ੍ਹਦੀ ਕਲਾ ਉਤਰਦੀ ਕਲਾ ਨੂੰ ਕੋਈ ਜਾਣਦੇ ਹੀ ਨਹੀਂ। ਬਾਪ ਸਮੁਖ ਬੈਠ ਸਮਝਾਉਂਦੇ ਹੈ। ਸਾਰੀ ਦੁਨੀਆ ਨੂੰ ਤਾਂ ਪੜ੍ਹਨਾ ਨਹੀਂ ਹੈ, ਪੜ੍ਹਨਗੇ ਉਹੀ ਜੋ ਕਲਪ ਪਹਿਲੇ ਪੜ੍ਹੇ ਸੀ। ਬਾਪ ਸਾਵਧਾਨ ਕਰਦੇ ਰਹਿੰਦੇ ਹੈ। ਇਸ ਪੜ੍ਹਾਈ ਨਾਲ ਤੁਹਾਡੀ ਆਤਮਾ ਨੂੰ ਪਤਾ ਪਿਆ ਹੈ ਕਿ ਅਸੀਂ ਕਿੰਨੇ ਉੱਚ ਸੀ, ਹੁਣ ਡਿੱਗੇ ਹਾਂ। ਬਾਪ ਕਹਿੰਦੇ ਹੈ, ਪਤਿਤ ਤੋਂ ਪਾਵਨ ਬਣਨ, ਫਿਰ ਗੋਲਡਨ ਏਜ ਵਿੱਚ ਜਾਣਾ ਹੈ। ਯਾਦ ਦੇ ਵੱਲ ਨਾ, ਐਵਰ ਹੈਲਦੀ ਵੈਲਦੀ, ਗਿਆਨ ਦੇ ਵੱਲ ਨਾਲ ਐਵਰ ਵੈਲਦੀ ਬਣਨਾ ਹੈ। ਪਵਿੱਤਰਤਾ ਦਾ ਆਡੀਅੰਸ ਕੱਢਿਆ ਹੈ। ਪਵਿੱਤਰ ਬਣਨ ਨਾਲ ਹੀ ਬਾਬਾ ਆਖਦੇ ਨੇ ਤੁਸੀਂ ਅਮਰ ਪਦ ਨੂੰ ਪਾਉਂਦੇ ਹੈ। ਤੁਹਾਡਾ ਵਿਨਾਸ਼ ਨਹੀਂ ਹੁੰਦਾ ਹੈ, ਬਾਕੀ ਸਭ ਵਿਨਾਸ਼ ਹੋ ਜਾਂਦਾ ਹੈ। ਹਿਸਾਬ ਕਿਤਾਬ ਚੁਕਤੂ ਕਰ ਜਾਣਗੇ। ਸ਼ਿਵ ਬਾਬਾ ਕਹਿੰਦੇ ਹੈ, ਪਵਿੱਤਰ ਬਣਨਗੇ ਤਾਂ ਪਵਿੱਤਰ ਦੁਨੀਆ ਦਾ ਮਾਲਿਕ ਬਣਨਗੇ, ਨਹੀਂ ਤਾਂ ਫਿਰ ਸਜ਼ਾਏ ਖਾ ਕੇ ਜਾਣਗੇ। ਕਿੰਨਾ ਵੱਡਾ ਆਡੀਅੰਸ ਹੈ, ਤੁਸੀਂ ਸਮਝਦੇ ਹੈ। ਬਰੋਬਰ ਵਿਨਾਸ਼ ਸਾਹਮਣੇ ਖੜਾ ਹੈ। ਇਸ ਲਈ ਸਾਨੂੰ ਮਜਬੂਰ ਹੋ ਜਾਣਾ ਹੈ, ਇਸ ਲਈ ਸਾਨੂੰ ਮਜ਼ਬੂਤ ਹੋ ਜਾਣਾ ਹੈ। ਕਿਸਮ ਕਿਸਮ ਦੀ ਪੁਆਇੰਟਸ ਬਾਬਾ ਸੁਣਾਉਂਦੇ ਰਹਿੰਦੇ ਹੈ। ਸੁਣਨੀ ਚਾਹੀਦੀ ਹੈ। ਜੇਕਰ ਸੁਣੇਗੇ ਨਹੀਂ ਤੇ ਮਾਲਾ ਵਿੱਚ ਆ ਨਹੀਂ ਸਕਣਗੇ। ਮਾਲਾ ਵਿੱਚ ਨੰਬਰਵਾਰ ਆਉਂਦੇ ਹੈ। ਬਾਪ ਤੋਂ ਪੂਰਾ ਵਰਸਾ ਲੈਣਾ ਚਾਹੀਦਾ ਹੈ। ਚੰਗੇ ਸਟੂਡੈਂਟ ਚੰਗੀ ਤਰ੍ਹਾਂ ਪੜ੍ਹਾਈ ਵਿੱਚ ਲੱਗ ਜਾਂਦੇ ਹੈ। ਬਾਬਾ ਸੈਂਟਰ ਦਾ ਰਜਿਸਟਰ ਵੀ ਮੰਗਾਉਂਦੇ ਹੈ। ਬਾਬਾ ਸਭ ਨੂੰ ਖਬਰਦਾਰ ਵੀ ਕਰਦੇ ਹੈ। ਪੜ੍ਹਨਾ ਜ਼ਰੂਰ ਹੈ, ਇਸ ਵਿੱਚ ਕੋਈ ਕਾਰਨ ਦੇ ਨਹੀਂ ਸਕਦਾ। ਟਾਈਮ ਤਾਂ ਬੱਚਿਆਂ ਨੂੰ ਬਹੁਤ ਹੈ। 8 ਘੰਟਾ ਵੀ ਗਵਰਨਮੈਂਟ ਦੀ ਨੌਕਰੀ ਕਰੇ, ਬਾਕੀ ਟਾਈਮ ਵਿੱਚ ਮਿਹਨਤ ਕਰਨੀ ਹੈ, ਖਿਆਲ ਕਰਨਾ ਹੈ। ਸਾਰੇ ਦਿਨ ਵਿੱਚ ਅਸੀਂ ਬਾਬਾ ਦੀ ਸਰਵਿਸ ਵਿੱਚ ਕਿੰਨਾ ਸਮਾਂ ਰਿਹਾ, ਬਾਬਾ ਦੀ ਯਾਦ ਵਿੱਚ ਕਿੰਨਾ ਸਮਾਂ ਰਹੇ। ਕੋਈ ਬੱਚੇ ਤਾਂ ਚਾਰਟ ਆਂਦਾ ਹੈ, ਪਰ ਉਹ ਚਾਰਟ ਜਦ ਹਮੇਸ਼ਾ ਦੇ ਲਈ ਰਹੇ। ਇਵੇਂ ਨਹੀਂ ਬਾਬਾ ਇੱਕ ਦਾ ਬੈਠ ਵੇਖਣਗੇ। ਇਹ ਫਿਰ ਸੈਂਟਰ ਦੀ ਬ੍ਰਾਹਮਣੀਆਂ ਦਾ ਕੰਮ ਹੈ। ਬ੍ਰਾਹਮਣੀਆਂ ਵਿੱਚ ਵੀ ਨੰਬਰਵਾਰ ਹੈ। ਗੋਲਡਨ ਏਜ ਵਿੱਚ ਕੋਈ ਪਹੁੰਚੀ ਨਹੀਂ ਹੈ, ਉਸ ਵਿੱਚ ਅਜੇ ਸਮਾਂ ਪਿਆ ਹੈ। ਕੋਈ ਤਾਂ ਹੋਰ ਹੀ ਸ਼੍ਰੀਮਤ ਤੇ ਨਾ ਚੱਲਣ ਦੇ ਕਾਰਨ ਖਿਸਕ ਪੈਂਦੇ ਹੈ। ਫਿਰ ਉਹਨਾਂ ਦੀ ਕੋਈ ਮਾਣ ਵੀ ਨਹੀਂ ਦਿੰਦਾ ਹੈ, ਕੋਈ ਵੀ ਉਹਨਾਂ ਨੂੰ ਪਸੰਦ ਨਹੀਂ ਕਰਦਾ ਹੈ। ਤੁਸੀਂ ਬੱਚਿਆਂ ਨੂੰ ਦੁਨਿਆਵੀ ਗੱਲਾਂ ਬਿਲਕੁਲ ਨਹੀਂ ਕਰਨੀਆਂ ਹੈ। ਕੋਈ ਝਰਮੂਈ ਜਗਮੂਈ ਕਰਦੇ ਹੈ ਤਾਂ ਸਮਝੋ ਸਾਡਾ ਦੁਸ਼ਮਣ ਹੈ। ਇਹ ਸਾਨੂੰ ਡਿਗਾਉਣ ਵਾਲਾ ਹੈ। ਫਾਲਤੂ ਗੱਲਾਂ ਨਹੀਂ ਕਰਨੀਆਂ ਹੈ। ਆਪਣੇ ਨੂੰ ਵੇਖਣਾ ਹੈ, ਕਿੱਥੇ ਤੱਕ ਪਹੁੰਚੇ ਹੈ। ਸਤਿਗੁਰੂ ਇੱਕ ਬਾਪ ਹੈ, ਉਸ ਵਿੱਚ ਇਹ ਗਿਆਨ ਭਰਿਆ ਹੋਇਆ ਹੈ। ਤੁਹਾਨੂੰ ਤਾਂ ਉੱਪਰ ਗੁਰੂ ਸ਼ਿਖਰ ਪਰਮਧਾਮ ਵਿੱਚ ਜਾਣਾ ਹੈ। ਉਹ ਸਭ ਗਿਆਨ ਦੀਆਂ ਗੱਲਾਂ ਹੈ। ਪਹਾੜ ਆਦਿ ਦੀ ਕੋਈ ਗੱਲ ਨਹੀਂ ਹੈ। ਸਭ ਤੋਂ ਪਾਰ ਚਲੇ ਜਾਣਾ ਹੈ। ਇਹਨਾਂ ਗੱਲਾਂ ਨੂੰ ਕੋਈ ਜਾਣਦੇ ਨਹੀਂ ਹੈ। ਬਾਪ ਕਹਿੰਦੇ ਹੈ, ਤੁਸੀਂ ਪਹਿਲੇ ਤਮੋ ਪ੍ਰਧਾਨ ਸੀ, ਹੁਣ ਤੁਹਾਨੂੰ ਸਤੋ ਪ੍ਰਧਾਨ ਬਣਨਾ ਹੈ। ਬਹੁਤ ਹੈ ਜਿਨ੍ਹਾਂ ਨੂੰ ਇਹ ਵੀ ਨਿਸ਼ਚੈ ਨਹੀਂ ਹੈ, ਪੂਰਾ ਯੋਗ ਨਹੀਂ ਹੈ। ਦੂਜਿਆਂ ਨੂੰ ਸਮਝਾਉਂਦੇ ਹੈ,
ਉਹਨਾਂ ਦਾ ਕਲਿਆਣ ਹੋ ਜਾਣਾ ਹੈ। ਇਵੇਂ ਨਹੀਂ ਉਹ ਕਲਿਆਣ ਕਰਦੇ ਹੈ, ਨਹੀਂ, ਉਹ ਤਾਂ ਆਪਣਾ ਭਾਗ ਅਨੁਸਾਰ ਰਾਜ ਨੂੰ ਸਮਝ ਜਾਂਦੇ ਹੈ। ਇਵੇਂ ਬਹੁਤ ਹੈ ਜੋ ਬ੍ਰਾਹਮਣੀ ਤੋਂ ਵੀ ਤਿੱਖੇ ਚਲੇ ਜਾਂਦੇ ਹੈ। ਕਈ ਬੱਚਿਆਂ ਵਿੱਚ ਹੁਣ ਤੱਕ ਦੇਹ ਅਭਿਮਾਨ ਬਹੁਤ ਹੈ, ਪਛਾੜੀ ਵਿੱਚ ਦੇਹ ਵੀ ਯਾਦ ਨਾ ਰਹੇ। ਸੰਨਿਆਸੀਆਂ ਵਿੱਚ ਕੋਈ ਵਿਰਲਾ ਇਵੇਂ ਹੁੰਦਾ ਹੈ ਜੋ ਬੈਠੇ ਬੈਠੇ ਸਰੀਰ ਛੱਡ ਦਿੰਦਾ ਹੈ ਅਤੇ ਸਨਾਟਾ ਹੋ ਜਾਂਦਾ ਹੈ, ਫਿਰ ਵੀ ਗ੍ਰਹਸਥੀਆਂ ਦੇ ਕੋਲ ਜਾ ਕੇ ਜਨਮ ਲੈਂਦੇ ਹੈ। ਬਾਬਾ ਆਖਦੇ ਨੇ ਫਿਰ ਸ੍ਰੇਸ਼ਟਾਚਾਰੀ ਬਣਨ ਦੇ ਲਈ ਜੰਗਲ ਵਿੱਚ ਚਲੇ ਜਾਂਦੇ ਹੈ। ਮਾਇਆ ਦਾ ਰਾਜ ਹੈ ਨਾ, ਇਹ ਚੱਕਰ ਕਿਵੇਂ ਫਿਰਦਾ ਹੈ ਉਹਨਾਂ ਨੂੰ ਵੀ ਸਮਝਣਾ ਹੈ। ਬਹੁਤ ਬੱਚੀਆਂ ਹੈ ਜਿਨ੍ਹਾਂ ਨੇ ਬਾਬਾ ਨੂੰ ਕਦੇ ਵੇਖਿਆ ਵੀ ਨਹੀਂ ਹੈ, ਤਾਂ ਵੀ ਯਾਦ ਕਰਦੀਆਂ ਰਹਿੰਦੀਆਂ ਹੈ, ਤਾਂ ਜ਼ਰੂਰ ਉੱਚ ਪਦਵੀ ਪਾਣਗੀਆਂ। ਸਾਰਾ ਪੁਰਸ਼ਾਰਥ ਦਾ ਖੇਡ ਹੈ ਨਾ। ਕੋਈ ਤਾਂ ਰਾਤ ਦਿਨ ਬਹੁਤ ਮਿਹਨਤ ਕਰਦੇ ਹੈ, ਤੁਸੀਂ ਜਾਣਦੇ ਹੈ। ਇਸ ਪਾਤਿਤ ਦੁਨੀਆ ਵਿੱਚ, ਇਸ ਹੀ ਸਰੀਰ ਵਿੱਚ ਤੁਹਾਨੂੰ ਸਤੋ ਪ੍ਰਧਾਨ ਬਣਨਾ ਹੈ। ਟਾਈਮ ਲੱਗਦਾ ਹੈ ਪਾਵਨ ਬਣਨ ਵਿੱਚ। ਜਦ ਤੱਕ ਇਹ ਦੁਨੀਆ ਹੈ, ਇਹ ਪੜ੍ਹਾਈ ਹੈ, ਉਦੋਂ ਤੱਕ ਪੜ੍ਹਨਾ ਹੈ। ਜਿੱਥੇ ਤੱਕ ਜਿਉਣਾ ਹੈ ਉੱਥੇ ਤੱਕ ਪੀਣਾ ਹੈ, ਤਾਂ ਕਿ ਕਰਮਾਤੀਤ ਅਵਸਥਾ ਵਿੱਚ ਚਲੇ ਜਾਵਾਂਗੇ। ਇਹ ਦੇਹ ਤੋਂ, ਦੁਨੀਆ ਤੋਂ ਬਿਲਕੁਲ ਮਮਤਵ ਨਿਕਲ ਜਾਵੇ। ਰਾਜਾ ਰਾਣੀ ਬਣਨ ਵਿੱਚ ਮਿਹਨਤ ਹੈ। ਜੋ ਪੜ੍ਹਨਗੇ ਉਹ ਦਿਲ ਰੂਪੀ ਤਖਤ ਤੇ ਬੈਠਣਗੇ। ਅੰਦਰ ਵਿੱਚ ਸਮਝਦੇ ਹੈ ਕਿੱਥੇ ਤੱਕ ਮਦਦਗਾਰ ਹੈ। ਬੇਹੱਦ ਦਾ ਬਾਪ ਅਵਸਥਾ ਵੇਖ ਪਿਆਰ ਕਰਨਗੇ ਨਾ। ਬਾਪ ਕਹਿੰਦੇ ਹੈ ਆਪਣਾ ਕਲਿਆਣ ਕਰਨਾ ਚਾਹੀਦਾ ਹੈ ਤਾਂ ਸ਼੍ਰੀਮਤ ਤੇ ਚਲੋ। ਅਜਿਹਾ ਕੰਮ ਨਹੀਂ ਕਰੋ ਜੋ ਦੂਜਿਆਂ ਨੂੰ ਨਫ਼ਰਤ ਆ ਜਾਵੇ। ਬਾਕਸਿੰਗ ਹੈ ਨਾ, ਤੁਹਾਨੂੰ ਇਸ ਯੁੱਧ ਵਿੱਚ ਕਿੰਨਾ ਟਾਈਮ ਲੱਗਦਾ ਹੈ। ਅੱਛਾ, ਮਿੱਠੇ ਮਿੱਠੇ ਸਿੱਕੀ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਔਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁਖਸਾਰ ਨੰਬਰ 1 ਪਰ ਆਪਣੀ ਝੋਲੀ ਅਵਿਨਾਸ਼ੀ ਗਿਆਨ ਰਤਨ ਨਾਲ ਭਰ ਕੇ ਆਪਣਾ ਸ਼ਿੰਗਾਰ ਕਰਨਾ ਹੈ। ਅਤੀ ਇੰਦਰੀय ਸੁਖ ਦੇ ਲਈ ਬੁੱਧੀ ਨੂੰ ਗਿਆਨ ਨਾਲ ਭਰਪੂਰ ਕਰਨਾ ਹੈ। ਨੰਬਰ 2 ਧੂਤੀਪਨਾ ਬਹੁਤ ਨੁਕਸਾਨ ਕਰਦਾ ਹੈ। ਇਸ ਲਈ ਗਿਆਨ ਦੇ ਸਿਵਾਏ ਕੋਈ ਵੀ ਗੱਲ ਸੁਣਨੀ ਨਾ ਸੁਣਾਣੀ ਨਹੀਂ ਹੈ। ਉਲਟੀ ਗੱਲ ਸੁਣਨ ਵਾਲਿਆਂ ਦੇ ਸੰਗ ਤੋਂ ਬਹੁਤ ਦੂਰ ਰਹਿਣਾ ਹੈ। ਵਰਦਾਨ ਹੈ ਅੱਜ ਦਾ। ਸਰਬ ਪ੍ਰਾਪਤੀਆਂ ਦੀ ਖੁਸ਼ੀ ਵਿੱਚ ਉੜਦੇ ਹੋਏ ਮੰਜ਼ਿਲ ਤੇ ਪਹੁੰਚਣ ਵਾਲੇ ਸਮ੍ਰਿਤੀ ਸਵਰੂਪ ਭਵ। ਸਰਬ ਪ੍ਰਾਪਤੀਆਂ ਦੀ ਖੁਸ਼ੀ ਵਿੱਚ ਉੜਦੇ ਹੋਏ ਮੰਜ਼ਿਲ ਤੇ ਪਹੁੰਚਣ ਵਾਲੇ ਸਮ੍ਰਿਤੀ ਸਵਰੂਪ ਭਵ। ਬਾਬਾ ਆਖਦੇ ਨੇ ਬ੍ਰਾਹਮਣ ਜੀਵਨ ਵਿੱਚ ਆਦਿ ਤੋਂ ਹੁਣ ਤੱਕ ਜੋ ਵੀ ਪ੍ਰਾਪਤੀਆਂ ਹੋਈਆਂ ਹੈ ਉਹਨਾਂ ਦੀ ਲਿਸਟ ਸਮ੍ਰਿਤੀ ਵਿੱਚ ਲਿਆਓ ਤਾਂ ਸਾਰ ਰੂਪ ਵਿੱਚ ਇਹ ਕਹਾਂਗੇ ਕਿ ਆ ਪ੍ਰਾਪਤ ਨਹੀਂ ਕੋਈ ਚੀਜ਼ ਬ੍ਰਾਹਮਣ ਜੀਵਨ ਵਿੱਚ, ਅਤੇ ਇਹ ਸਭ ਅਵਿਨਾਸ਼ੀ ਪ੍ਰਾਪਤੀ ਹੈ। ਇਹਨਾਂ ਪ੍ਰਾਪਤੀਆਂ ਦੀ ਸਮ੍ਰਿਤੀ ਇਮਰਜ ਰੂਪ ਵਿੱਚ ਰਹੇ, ਮਤਲਬ ਸਮ੍ਰਿਤੀ ਸਵਰੂਪ ਬਣੋ ਤਾਂ ਖੁਸ਼ੀ ਵਿੱਚ ਉੜਦੇ ਮੰਜ਼ਿਲ ਤੇ ਸਹਿਜ ਹੀ ਪਹੁੰਚ ਜਾਣਗੇ। ਪ੍ਰਾਪਤੀ ਦੀ ਖੁਸ਼ੀ ਕਦੇ ਥੱਲੇ ਹਲਚਲ ਵਿੱਚ ਨਹੀਂ ਲਿਆਵੇਗੀ, ਕਿਉਂਕਿ ਸੰਪੰਨਤਾ ਅਚਲ ਬਣਾਉਂਦੀ ਹੈ। ਸਲੋਗਨ ਅੱਜ ਦਾ। ਬਿੰਦੂ ਸਵਰੂਪ ਦੀ ਸਮ੍ਰਿਤੀ ਵਿੱਚ ਰਹਿਣ ਦੇ ਲਈ ਗਿਆਨ ਗੁਣ ਅਤੇ ਧਾਰਨਾ ਵਿੱਚ ਸਿੰਧੂ ਸਾਗਰ ਬਣੋ। ਬਿੰਦੂ ਸਵਰੂਪ ਦੀ ਸਮ੍ਰਿਤੀ ਵਿੱਚ ਰਹਿਣ ਦੇ ਲਈ ਗਿਆਨ ਗੁਣ ਅਤੇ ਧਾਰਨਾ ਵਿੱਚ ਸਿੰਧੂ ਸਾਗਰ ਬਣੋ। ਅੱਛਾ, ਓਮ ਸ਼ਾਂਤੀ।